ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਕੋਈ ਦਿਲ ਦੇ ਵਿੱਚ ਮਿਰਜ਼ਾ ਗੁਲਾਮ ਅਹਿਮਦ ਮੈਨੂੰ ਨਹੀਂ ਕਿਹਾ ਗਿਆ ਕਿ ਅੰਦਰ ਤੂੰ ਮਿਰਜ਼ਾ ਗੁਲਾਮ ਅਹਿਮਦ ਨੂੰ ਕਹਿਣਾ, ਉੱਤੋਂ ਤੂੰ ਲਾ ਇਲਾਹਾ, ਇਹ ਮੈਨੂੰ ਨਹੀਂ ਕਿਹਾ ਗਿਆ। ਜਿਹੜਾ ਸ਼ਖਸ ਅਹਿਮਦੀ ਮੈਨੂੰ ਇਹ ਲਫ਼ਜ਼ ਕਵੇ, ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਥਾਂ ਮਾਰਦੇ ਹਾਂ। ਪਾਕਿਸਤਾਨ 'ਚ ਸੁੰਨੀ ਸਾਰੇ ਆਸ਼ਕ ਨੇ, ਅਮਲ ਆਨੇ ਦਾ ਨਹੀਂ, लेकिन आशिक सारे ने। वो पेड़ हो रहे थे जो मुद्दत से बेखुश्क पड़ते ही छींटा दुल्हन से निखर गए। औज़ु बिल्लाहि मिनश शैतानिर रजीम, बिस्मिल्लाहिर रहमानिर रहीम। खाकसार ਦਾ ਨਾਂ ਸ਼ੇਖ ਸ਼ੌਕਤ ਅਲੀ ਹੈ। ਲਾਇਲਪੁਰ ਫੈਸਲਾਬਾਦ ਦੇ ਵਿੱਚ ਜਿਸ ਵਕਤ ਮੈਂ ਪੈਦਾ ਹੋਇਆ ਉਹ ਲਾਇਲਪੁਰ ਸੀ ਅਤੇ ਬਾਅਦ 'ਚੋਂ ਨਾਂ ਰੱਖਿਆ ਗਿਆ ਫੈਸਲਾਬਾਦ। ਅਤੇ ਮੈਂ ਜਮਾਤ ਅਹਿਮਦੀਆ 'ਚ ਦਾਖਲ ਹੋਣ ਵਾਸਤੇ ਜੋ ਅੱਲਾਹ ਤਾਲਾ ਨੇ ਮੈਨੂੰ ਪਹਿਲੇ ਤਿਆਰ ਕੀਤਾ, ਅਤੇ ਉਹਦੇ ਵਿੱਚ ਮੇਰੇ ਖਾਲੂ ਖਾਲਾ ਅਹਿਮਦੀ ਸਨ। ਉਹ ਮੈਨੂੰ ਬਚਪਨ ਦੇ ਵਿੱਚ ਨਾ ਅਤੇ 8-9 ਸਾਲ ਦੀ ਉਮਰ ਦੇ ਵਿੱਚ ਉਹ ਮੈਨੂੰ ਰਵਾ ਲੈ ਜਾਂਦੇ ਸਨ ਜਲਸੇ 'ਤੇ। ਜਲਸੇ 'ਤੇ ਮੈਨੂੰ ਲੈ ਜਾਂਦੇ ਸਨ ਅਤੇ ਮੈਂ ਪਹਾੜੀ ਉੱਥੇ ਕਿਹੜੀਆਂ ਰਵੇ ਦੀਆਂ ਪਹਾੜੀਆਂ ਨੇ ਨਾ, ਮੈਂ ਫਲ ਫਰੂਟ ਲੈ ਕੇ ਨਾ ਅਤੇ ਪਹਾੜੀ 'ਤੇ ਚੱਲ ਜਾਂਦਾ ਸਾਂ। ਪਹਾੜੀ 'ਤੇ ਜਾ ਕੇ ਨਾ ਅਤੇ ਉੱਥੇ ਖੁਦਾਮਾਂ ਦੀਆਂ ਡਿਊਟੀਆਂ ਹੁੰਦੀਆਂ ਸਨ। ਕਾਲਾ ਅਤੇ ਸਫੈਦ ਰੁਮਾਲ, ਇੱਕ ਬੈਜ ਅਤੇ ਹੱਥ 'ਚ ਡੰਡਾ। ਉਹ ਗੈਰ ਅਹਿਮਦੀ ਅਗਰ ਉੱਥੇ ਆਉਣ ਕੋਈ ਸ਼ਰਾਰਤ ਕਰੇ ਉਹਨਾਂ ਵਾਸਤੇ ਹੁੰਦੇ ਸਨ। ਅਤੇ ਮੈਂ ਉੱਥੇ ਬੈਠਾ ਹੋਣਾ, ਉੱਥੇ ਮੈਂ ਫਰੂਟ ਖਾਂਦੇ ਰਹਿਣਾ। ਮੇਰੇ ਖਾਲੂ ਖਾਲਾ ਨੇ ਕਿਹਾ ਤੂੰ ਸ਼ਾਮ ਨੂੰ ਇੱਥੇ ਆ ਜੀ, ਸੈਰ ਕਰ। ਅਤੇ ਉਹ ਲੈ ਕੇ ਜਾਂਦੇ ਰਹੇ। ਫਿਰ ਇਸ ਤਰ੍ਹਾਂ ਹੋਇਆ ਕਿ ਮੇਰਾ ਸਾਊਦੀ ਅਰਬ ਦੇ ਵਿੱਚ ਨਾ ਮੈਂ ਉੱਥੇ ਚਲਾ ਗਿਆ। ਉੱਥੇ ਮੈਂ 6 ਸਾਲ ਰਿਹਾ। 6 ਸਾਲ ਦੇ ਵਿੱਚ 8-9 ਉਮਰੇ ਕੀਤੇ, 4 ਹੱਜ ਕੀਤੇ। ਅਤੇ ਹਲਚਲ ਇਹੀ ਸੀਗੀ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਅਤੇ ਮੈਨੂੰ ਪੜ੍ਹਾਇਆ ਕਿ ਤੂੰ ਮੁਸਲਮਾਨ ਆ, ਤੂੰ ਮੁਸਲਮਾਨਾਂ ਦੇ ਘਰ ਪੈਦਾ ਹੋਇਆ। ਅਤੇ ਹਲਚਲ ਇਹੀ ਸੀਗੀ ਕਿ ਰੱਬ ਕਿੱਥੇ ਹੈ। ਸਾਊਦੀ ਅਰਬ 6 ਸਾਲ ਤੋਂ ਬਾਅਦ ਫਿਰ ਆ ਗਿਆ ਮੈਂ ਪਾਕਿਸਤਾਨ। ਫਿਰ ਪਾਕਿਸਤਾਨ ਮਜ਼ਾਰਾਂ ਅਤੇ ਪੀਰਾਂ ਅਤੇ ਧਮਾਲਾਂ, ਫਿਰ ਸ਼ੀਆ ਗਰੁੱਪ, ਫਿਰ ਸੁੰਨੀ ਗਰੁੱਪ, ਯਾਨੀ ਕਿ ਜਿੱਥੇ ਵੀ ਜਾਣਾ ਕਿ ਉਸ ਪੀਰ ਦੀ ਦਰਗਾਹ 'ਤੇ ਚੱਲੋ, ਉਸ ਪੀਰ ਦੀ ਦਰਗਾਹ 'ਤੇ ਚੱਲੋ। ਜ਼ੁਬਾਨ 'ਚ ਥੋੜ੍ਹੀ ਲੁਗਣਾ ਅਤੇ ਅਗਰ ਕੋਈ ਲਫ਼ਜ਼ ਦੀ ਅਦਾਇਗੀ 'ਚ ਕੁਛ ਹੋ ਜਾਵੇ ਤਾਂ ਮਾफ़ ਕਰਨਾ। ਇਸ ਤਰ੍ਹਾਂ ਚੱਲਦੇ ਅਤੇ ਮੇਰੇ ਖਾਲੂ ਖਾਲਾ ਦੇ ਘਰ ਨਾਲ 1974 ਦੇ ਵਿੱਚ ਜਲੂਸ ਆ ਗਿਆ। ਮੈਂ ਉਹਨਾਂ ਦੇ ਘਰ ਹੀ ਬੈਠਾ ਸਾਂ, ਬਾਕੀ ਰਿਸ਼ਤੇਦਾਰ ਸਭ ਦੌੜ ਗਏ, ਮੈਂ ਬੈਠਾ। ਮੈਨੂੰ ਖਾਲੂ ਖਾਲਾ ਕਹਿੰਦੇ ਤੂੰ ਵੀ ਦੌੜ ਜਾ। ਮੈਂ ਉਹਦਾ ਔਲਾਦ ਨਹੀਂ ਸੀ, ਉਹਨਾਂ ਨੇ ਮੈਨੂੰ ਬਣਾਇਆ ਸੀ ਪੁੱਤਰ। ਮੈਂ ਕਿਹਾ ਪੁੱਤਰ ਬਣਾਇਆ, ਮੈਂ ਦੌੜ ਜਾ। ਮੈਂ ਥੋੜ੍ਹਾ ਅਸਲਾ ਵਗੈਰਾ ਇਸਤੇਮਾਲ ਕਰਨ ਵਾਲਾ ਬੰਦਾ ਸਾਂ, ਫਾਇਰਫੁਲ ਜੇ। ਉਹ ਖੁਦਾ ਦੇ ਫਜ਼ਲ ਨਾਲ ਇੱਕ ਰੰਗ ਦੇ ਵਿੱਚ ਜਲੂਸ ਮੈਂ ਅੱਗੇ ਲਾ ਤਾ। ਜਲੂਸ ਮੈਂ ਅੱਗੇ ਲਾ ਤਾ। ਮੇਰੇ ਖਾਲੂ ਖਾਲਾ ਬੜੇ ਖੁਸ਼ ਹੋਏ, ਮੈਨੂੰ ਥਾਪੀ ਦਿੱਤੀ, ਤੈਨੂੰ ਰੱਬ ਅਹਿਮਦੀ ਕਰੇਗਾ। ਇਸ 74 ਦੇ ਵਿੱਚ ਮੈਨੂੰ ਥਾਪੀ ਦਿੱਤੀ। ਮੈਂ ਕਿਹਾ ਮੈਨੂੰ ਵੀ ਆਣ ਕੇ ਲੋਕ ਕੁੱਟਣਗੇ। ਕਹਿੰਦਾ ਇਹ 'ਚ ਕੁੱਟ 'ਚ ਬੜਾ ਮਜ਼ਾ ਜੀ। ਇਹ ਗੈਪ ਪੈ ਜਾਂਦਾ, ਮੈਂ ਸਾਊਦੀ ਅਰਬ ਆ ਜਾਂਦਾ। ਉਸ ਤੋਂ ਬਾਅਦ 6-7 ਸਾਲ ਬਾਅਦ ਮੈਂ ਵਾਪਸ ਜਾਂਦਾ। ਫਿਰ ਮਜ਼ਾਰਾਂ 'ਤੇ, ਪੀਰਾਂ 'ਤੇ, ਉੱਥੇ ਦਾਤਾ, ਉੱਥੇ
ਸ਼ੀਆਂ 'ਚ ਕਦੀ ਸੁੰਨੀਆਂ 'ਚ ਕਦੀ ਅਹਿਲਦੀਸਾਂ ਇੱਕ ਗਰੁੱਪ ਹੈਗਾ ਉਹ ਰਾਤ ਨੂੰ ਰੂਮ ਦੇ ਵਿੱਚ ਹਨੇਰਾ ਕਰਕੇ ਨਾ ਅੱਲਾਹੂ ਅੱਲਾਹੂ ਉਹਨਾਂ 'ਚ ਤੇ ਦਿਲ ਨੂੰ ਯਕੀਨ ਨਾ ਆਏ ਤੇ ਬਸ ਇੱਕੋ ਹੀ ਚੀਜ਼ ਸੀ ਕਿ ਰੱਬ ਕਿੱਥੇ ਆ। ਐਸੇ ਤਰ੍ਹਾਂ ਮੈਂ ਹਾਂਗਕਾਂਗ ਜਾਣਾ। ਹਾਂਗਕਾਂਗ ਦੇ ਵਿੱਚ ਉੱਥੇ ਮੇਰੇ ਨਾਲ ਹੋ ਜਾਂਦਾ ਫਰਾਡ ਹੋ ਜਾਂਦਾ, ਪੈਸਾ ਸਾਰਾ ਮੇਰਾ ਖ਼ਤਮ ਹੋ ਜਾਂਦਾ। ਮੈਂ ਨਾ ਉੱਥੇ ਹੋਟਲ ਦਾ ਕਿਰਾਇਆ ਦਿੱਤਾ ਹੋਇਆ ਸੀ, ਰੋਟੀ ਖਾਣ ਵਾਸਤੇ ਕੋਈ ਪੈਸਾ ਨਹੀਂ ਸੀ। ਮੈਂ ਬਾਗ 'ਚ ਬੈਠਾ ਸਾਂ ਹਾਂਗਕਾਂਗ ਅਤੇ ਸਿਗਰਟ ਪੀਣ ਦੀ ਆਦਤ ਸੀਗੀ ਅਤੇ ਸਿਗਰਟ ਇੱਕ ਬੰਦੇ ਨੇ ਅੱਧਾ ਕੁ ਪੀਤਾ, ਜ਼ਮੀਨ 'ਤੇ ਸੁੱਟ ਦਿੱਤਾ। ਉਹ ਮੈਂ ਅੱਧਾ ਸਿਗਰਟ ਚੁੱਕ ਕੇ ਨਾ ਅਤੇ ਇੱਕ ਬੰਦਾ ਬੈਠਾ ਹੈ ਅਤੇ ਉਹਨੂੰ ਕਿਹਾ ਯਾਰ ਮੈਨੂੰ ਸਿਗਰਟ, ਉਹਨੇ ਸਿਗਰਟ ਦੇਖਿਆ ਨਾ ਕਿ ਸਿਗਰਟ ਸੁੱਟ ਦੇ। ਉਹਨੇ ਨਵਾਂ ਸਿਗਰਟ ਦਿੱਤਾ ਅਤੇ ਕਹਿੰਦਾ ਕਿੱਥੋਂ? ਮੈਂ ਕਿਹਾ ਫੈਸਲਾਬਾਦ ਲੈਲਪੁਰ। ਉਹ ਕਹਿੰਦਾ ਅੱਛਾ 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 ਮੈਂ ਵੀ ਲੈਲਪੁਰ ਦਾ, ਕਿਸ ਤਰ੍ਹਾਂ ਆਇਆ? ਉਹਨੇ ਮੈਂ ਸਾਰੀ ਸਟੋਰੀ ਸੁਣਾਈ ਅਤੇ ਮੈਂ ਕਿਹਾ ਮੇਰਾ ਨਾਨਕੇ ਦਾਦਕੇ ਦੇ ਵਿੱਚ ਐਮਡੀ ਹੈ ਸਨ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਫੈਸਲਾ ਫਲਾਣੇ ਐਮਡੀ ਮੁਰਾਦ ਵਾਲੇ ਜਾਣਦੇ ਹੋ? ਮੈਂ ਕਿਹਾ ਮੈਂ ਉਹਨਾਂ ਦਾ ਪੋਤਾ ਹੈਗਾ। ਅਤੇ ਕਹਿੰਦਾ ਅੱਛਾ ਅੱਛਾ ਤੂੰ ਮੁਰਾਦ ਦਾ ਪੋਤਾ? ਕਹਿੰਦਾ ਆਹੋ। ਅਤੇ ਫਿਰ ਹੁਣ ਕਹਿੰਦਾ ਕਿਸ ਤਰ੍ਹਾਂ? ਮੈਂ ਕਿਹਾ ਕਹਿੰਦਾ ਉਹ ਤਾਂ ਮਰਜ਼ਈ ਨੇ, ਉਹ ਤਾਂ ਐਮਡੀ ਨੇ, ਅਤੇ ਮਗਰ ਇੱਕ ਚੀਜ਼ ਮੈਂ ਦੇਖੀ ਹੈ, ਮੈਂ ਇੱਕ ਮਸਜਿਦ ਨੂੰ ਲੰਘਦਾ ਪਿਆ ਅਤੇ ਮੈਂ ਉੱਥੇ ਨਾ ਸਪੀਕਰ ਕੋਈ ਨਹੀਂ ਸੀ ਅਤੇ ਉਹ ਕਹਿੰਦੇ ਉਹ ਖੁਤਬਾ ਦੇ ਰਿਹਾ। ਮੈਂ ਉਹਨਾਂ ਕੋਲ ਪੁੱਛਿਆ ਕਿ ਇਹ ਸਪੀਕਰ ਤੋਂ ਬਗੈਰ ਖੁਤਬਾ ਕਿਉਂ ਦੇ ਰਹੇ ਨੇ? ਕਹਿੰਦੇ ਸਾਡੇ ਤਾਂ ਆਰਡੀਨੈਂਸ ਹੈ ਅਤੇ ਇੰਝ ਅਤੇ ਇੰਝ। ਉਹ ਆਮਦੀਆਂ ਦੀਆਂ ਗੱਲਾਂ ਸੁਣੀ ਕਰ ਮੈਂ ਹਮਾਇਤ ਕਰੀ ਜਾਵਾਂ। ਮੈਂ ਕਿਹਾ ਹਾਂ ਬਿਲਕੁਲ ਇਸ ਤਰ੍ਹਾਂ ਉਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ। ਉਸ ਤੋਂ ਬਾਅਦ ਮੈਂ ਹੋਟਲ ਚਲ ਗਿਆ ਅਤੇ ਉਹ ਆਪਣੇ ਹੋਟਲ ਚਲ ਗਿਆ, ਸੋ ਗਏ ਹਾਂ। ਹੁਣ ਖੁਦਾ ਤਾਲਾ ਮੈਨੂੰ ਆਮਦੀਅਤ ਦੇ ਵਿੱਚ ਦਾਖਲ ਕਰ ਲਵਾਂਗਾ। ਆਮਦੀਅਤ ਦੇ ਵਿੱਚ ਮੈਨੂੰ ਦਾਖਲ ਉਸ ਰਾਤ ਮੈਨੂੰ ਮੇਰੇ ਕਿਸੇ ਖਾਲੂ ਨੇ 1974 ਦੇ ਵਿੱਚ ਜਿਹੜਾ ਮੈਨੂੰ ਮਾਰੇ ਸੀ ਨਾ ਸਭੀ ਤੈਨੂੰ ਰੱਬ ਐਮਡੀ ਕਰੇਗਾ, ਉਹ ਉਸ ਵਕਤ ਹੋ ਲੰਗੀ। ਮੈਂ ਖਾਬ ਕੀ ਵੇਖਦਾ ਪਿਆ, ਰਵੇ ਦੀਆਂ ਪਹਾੜੀਆਂ ਚਾਰੋਂ ਤਰਫ ਨੇ, ਰਵੇ ਦੀਆਂ ਪਹਾੜੀਆਂ ਚਾਰੋਂ ਤਰਫ। ਉਹਦੇ ਵਿੱਚ ਨਾ ਮੈਂ ਮੈਦਾਨ ਹੈ ਅਤੇ ਹਲਕੀ ਪੌਂ ਫੁੱਟਦੀ ਪਈ ਹੈ, ਥੋੜ੍ਹੀ ਰੋਸ਼ਨੀ ਹੋ ਰਹੀ ਹੈ। ਮੈਂ ਗੌਰ ਨਾਲ ਵੇਖਦਾ ਅਤੇ ਬੇਸ਼ੁਮਾਰ ਮੌਲਵੀ ਖੜ੍ਹੇ ਨੇ, ਬੇਸ਼ੁਮਾਰ ਮੌਲਵੀ। ਇੰਨਾ ਮੌਲਵੀ ਖੜ੍ਹਾ ਅਤੇ ਉਹਨਾਂ ਦੀਆਂ ਦਾੜ੍ਹੀਆਂ ਜ਼ਿਗਜ਼ੈਗ, ਇੱਕ ਨੇ ਇੱਧਰ ਸੁੱਟੀ ਇੱਕ ਨੇ ਇੱਧਰ ਸੁੱਟੀ ਅਤੇ ਸ਼ਕਲਾਂ ਉਹਨਾਂ ਦੀਆਂ ਸੂਰ ਔਰ ਬਾਂਦਰ ਵਰਗੀਆਂ। ਮੇਰੇ ਕੋਲ ਇੱਕ ਸ਼ਖਸ ਖੜ੍ਹਾ, ਮੈਂ ਕਿਹਾ ਮੇਰੇ ਖਾਲੂ ਖਾਲਾ ਮੈਨੂੰ ਤਬਲੀਗ ਕਰਦੇ ਸਨ ਕਿ 14ਵੀਂ ਸਦੀ ਦੇ ਸੂਰ। ਮੈਂ ਕਿਹਾ ਖੜ੍ਹੇ, ਮੈਂ ਐਸਾ ਕਰਕੇ ਨਾ ਮੌਲਵੀਆਂ ਛੱਡ। ਉਹ ਕਿਹੜਾ ਬੰਦਾ ਮੇਰੇ ਕੋਲ ਖੜ੍ਹਾ, ਉਹ ਨਾ ਪਹਾੜੀਆਂ ਇੰਝ ਕਰਕੇ ਵੇਖ ਕੇ ਕਹਿੰਦਾ ਆ ਗਿਆ। ਮੈਂ ਕਿਹਾ ਕੌਣ ਆ ਗਏ? ਇੱਧਰੋਂ ਹੀ ਆਉਣਾ। ਮੈਂ ਕਿਹਾ ਕੌਣ ਆਇਆ? ਕਹਿੰਦਾ ਕੁਛ ਦੇਰ ਬਾਅਦ ਵੇਖਦਾ ਅਤੇ ਚਾਰੋਂ ਤਰਫ ਪਹਾੜੀਆਂ ਦੇ ਉੱਤੇ ਕਾਲਾ ਦੇ ਸਫੈਦ ਰੁਮਾਲ, ਹੱਥ 'ਚ ਡੰਡਾ ਅਤੇ ਬੈਚ, ਖੁਦਾਮ। ਉਹ ਮੈਂ ਕਿਹਾ ਤੇ ਰਵੇ ਦੇ ਮੁੰਡੇ ਨੇ? ਕਹਿੰਦਾ ਇਹਨਾਂ ਨੇ ਆਉਣਾ। ਉਹ ਉਤਰਨਾ ਸ਼ੁਰੂ ਕਰ ਦਿੰਦੇ, ਤੜ ਉਤਰਦੇ ਨੇ, ਆਉਂਦੇ ਮੌਲਵੀਆਂ ਨੂੰ ਉਹ ਮਾਰਦੇ ਨੇ। ਉਹ ਮੌਲਵੀ ਕਹਿੰਦੇ ਉਹ ਮੈਂ ਮਰ ਗਿਆ। ਮੈਨੂੰ ਆਵਾਜ਼ਾਂ ਆ ਰਹੀਆਂ, ਬਹੁਤ ਜ਼ਬਰਦਸਤ ਆ ਰਹੀਆਂ ਕਿ ਅੱਛਾ। ਮੈਂ ਸੋਚਦਾ ਪਿਆ ਵਾਂ ਕਿ ਇੱਕ ਸਾਈਡ 'ਤੇ ਖੜ੍ਹਾ ਇਕੱਲਾ, ਮੈਂ ਸੋਚਦਾ ਪਿਆ ਹੋ ਸਕਦਾ ਮੇਰੇ ਵੱਲ ਵੀ ਨਾ ਆਉਣ ਮਾਰਨ ਵਾਸਤੇ। ਇਹਨੇ 'ਚ ਦੋ ਲੜਕੇ ਖੁਦਾਮ, ਬਾਅਦ 'ਚੋਂ ਜਦੋਂ ਅਹਿਮਦੀ ਹੋਇਆ ਉਦੋਂ ਮੈਨੂੰ ਪਤਾ ਲੱਗਾ ਇਹ ਖੁਦਾਮ ਸਨ।
ਤੇ ਦੋ ਲੜਕੇ ਮੇਰੀ ਤਰਫ ਆਏ, ਉਹਨਾਂ ਨੇ ਆਪਸ ਦੇ ਵਿੱਚੋਂ ਮਿਲਾਏ ਹੋਏ ਦੋਵੇਂ ਕੰਧੇ, ਇੱਕ ਨੇ ਇੱਧਰ ਇੱਕ ਨੇ ਇੱਧਰ ਡੰਡਾ ਫੜਿਆ, ਇੱਕ ਨੇ ਇੱਧਰ ਡੰਡਾ ਫੜਿਆ, ਤੇ ਉਹ ਲੱਗੇ ਮੈਨੂੰ ਮਾਰਨ। ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਕੀਤਾ ਕੁਛ, ਮੈਂ ਨਹੀਂ ਮਾਰਿਆ, ਮੈਂ ਨਹੀਂ ਕੁਛ ਕੀਤਾ। ਇਤਨੀ ਦੇਰ ਨੂੰ ਨਾ ਪਿੱਛੋਂ ਖਲੀਫਾ ਸਾਲਸ ਸਫੈਦ ਲਿਬਾਸ 'ਚ, ਨੂਰ ਦੀ ਛਾਵਾਂ, ਚਿਹਰੇ ਤੋਂ ਨੂਰ, ਹੱਥਾਂ 'ਚ मेरा बाजू पकड़िया, खबरदार इसे मत मारो, ये अहमदी है, मत मारो, ये अहमदी है। मेरा बाजू पकड़ के पहाड़ी के ऊपर ले गए। अहमदी हो के इनमें खड़े हो? मैं हजूर की तरफ देखा, ख्वाब ख़त्म हो जाती। हांगकांग तो 1 महीने बाद मैं मस्जिद जाना, अहमदिया मस्जिद, उत्थे जाना, अस्सलाम वालेकुम वाले। मेरा एक रिश्तेदार अहमदी हो अगे बैठा, ओए वो तू इत्थे किस तरह आ गया? मैं क्या, मैं बैत करन आया। वो तू बैत करन आया? वो जल्दी बिठा लिया। उन्होंने मैं ख्वाब सुनाई, ख्वाब सुना के उन्होंने मेरा नाम लिखा तो हजूर नूं खत, ਉਹਨੂੰ ਕਹਿੰਦਾ 10 ਜੂਨ ਸੀ ਉਸ ਦਿਨ। ਉਹ ਖਤ ਜਾਂਦਾ ਹਜ਼ੂਰ ਨੇ ਉਸੇ ਵਕਤ ਬੈਦ ਮਨਜ਼ੂਰ ਕੀਤੀ ਹੈ, ਔਰ ਉਹ ਖਤ ਮੇਰੇ ਕੋਲ ਪਿਆ। ਉਸ ਖਤ ਦੇ ਵਿੱਚ ਲਿਖਿਆ ਖਲੀਫਾ ਰਾਬੇ ਰਹਿਮਤੁल्लाह, ਉਹਨਾਂ ਨੇ ਮੈਨੂੰ ਖਤ ਦਾ ਜਵਾਬ ਦਿੱਤਾ 10 जून 1988 आपको ये तारीखी बैत मुबारक हो, इस दिन खिलाफत का इंतखाब हुआ था। पल भर में मैल सैकड़ों बरसों की धुल। मेरा एक बेटा फौत होया, 2 होए, 3 होए, चौथे बेटे ਦੇ ਡਾਕਟਰਾਂ ਦੀ ਕਾਨਫਰੰਸ ਬਹਿੰਦੀ ਸੀ ਜਰਮਨੀ ਦੇ ਵਿੱਚ, ਤੇ ਰਿਸ਼ਤੇਦਾਰ ਇਹ ਕਹਿੰਦੇ ਸਨ ਇਹ ਪਾਸਪੋਰਟ ਵਾਸਤੇ ਆਮਦੀ ਹੋਇਆ, ਤੇ ਇਹਨੂੰ ਜਦੋਂ ਪਾਸਪੋਰਟ ਮਿਲਣਾ ਨੇ ਆਮਦੀ ਛੱਡ ਦੇਣੀ। ਉਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਰਿਸ਼ਤੇਦਾਰਾਂ ਨੇ ਕਾਨਫਰੰਸ ਕੀਤੀ ਕਿ ਅਗਰ ਇਹਦਾ ਮਸੀਹ 'ਤੇ ਸਹੀ ਇਮਾਨ ਹੋਇਆ, ਇਹ ਬੱਚਾ ਨਹੀਂ ਮਰੇਗਾ। ਡਾਕਟਰਾਂ ਦੀ ਕਾਨਫਰੰਸ ਬਹਿੰਦੀ ਸੀ। अब बच्चा माशाअल्लाह, पोते भी ने, पोतियाँ भी ने, वो बच्चा पैदा होया। वो जरा बच्चा पैदा होया ना, उसकी उम्र इस वक्त 32 साल हो गई। वो असर पड़ रहा था। वो जरा मेरे बचपन दे विच तो लैके ना बैत करन तो पहले रब कित्थे है, ते हज़रत मसीह अलैहिस्सलाम ने लिखिया मैं खुदा मिलाने आया हूँ। वो असर दे विच जो फिर खुदा तआला को मंगया, वो इन्नियां दुआवां हो रही सन, सीधा बोल लंबा सी, वो सीधे च इन्नियां दुआवां हो रही सन, एंड हो गई। अच्छा हुण मेरी आखिरी सुन ला, जे तेरा मसीह इमाम महदी मिर्ज़ा गुलाम अहमद सच्चा, तो मेरा बच्चा ना मरे, मैनूं जिंदगी वाला चाहिए। यह लफज बोलन तो बाद एक लहर आती है, वो लहर वो मौत सी, वो दिल और दिमाग से आन के ठहर जाती। तो मैनू आन के कहता ऐ पुत्र, ऐ पुत्र। मैं क्या, वो कहता मैं तेनों क्या पुत्र। मैं ओए होए होए, उस तो बाद सलाम फेरी, जिंदगी वाला खुदा ने पुत्र दिता, मोहम्मद ही आएगा, मुर्दे जिंदा करेगा। उसे बीवी चो 3 फौत है, उस जिंदा। रोज़ाना खुदा की हस्ती नूं दिखांदा, आ देख मैं मोहम्मद दी सदाकत हाँ। कोई मैनू मक्के लै जाए, मदीने लै जाए, जिथे खलो के मैं कह दाँगा ए पुत्र इमाम महदी की सदाकत है, मिर्ज़ा गुलाम अहमद कादियानी दी। हुणे मैं तुहानूं सारा वाक़या सुनाया, यह जिहड़ा वाक़या सुनाया कि अहले सुन्नत या शिया चों सारियां चों मैं निकल के मैं आया, तो
मैं ਜਿਹੜੀ ਹੁਣ मैं ਗੱਲ ਕਰ ਲਾਂਗਾ ਨਾ, ਇਹ ਸਿਰਫ ਆਪਣੇ ਸੁੰਨੀ ਭਰਾਵਾਂ ਵਾਸਤੇ, ਦੋਸਤਾਂ ਵਾਸਤੇ। ਮੈਂ ਜਿਸ ਵਕਤ ਅਹਿਮਦੀ ਹੋਇਆ, ਮੈਨੂੰ ਕਿਸੇ ਸ਼ਖਸ ਨੇ ਇਹ ਨਹੀਂ ਕਿਹਾ ਕਿ ਉਤੋਂ ਤੂੰ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਪੜ੍ਹਨਾ ਹੀ, ਅੰਦਰੋਂ ਮਿਰਜ਼ਾ ਗੁਲਾਮ ਅਹਿਮਦ ਨੂੰ ਰੁਕਣਾ। ਅਗਰ ਇਹ ਲਫ਼ਜ਼ ਮੈਨੂੰ ਕਹਿੰਦੇ ਨਾ, ਤੇ ਇੱਕ ਤਾਂ ਮੈਂ ਜਮਾਤ ਤੋਂ ਮੈਂ ਆਪ ਦੌੜ ਜਾਂਦਾ, ਔਰ ਮੈਂ ਕਿਹੜਾ ਮੈਨੂੰ ਕਹੇਗਾ ਨਾ ਲਫ਼ਜ਼, ਤੇ ਪਹਿਲੇ ਤਾਂ ਉਹਨੂੰ ਮਾਰ ਦਿੰਦਾ ਕਿ ਤੂੰ ਮੈਨੂੰ ਇਹ ਲਫ਼ਜ਼। ਇੰਨਾ ਕੁ ਮੈਂ ਜੋਸ਼ ਰੱਖਦਾ ਸਾਂ। ਮੈਂ ਈਦ ਮੁਲਾਦੁਨ ਨਬੀ ਇਹਦੇ ਵਿੱਚ ਨਾ ਪਹਾੜੀਆਂ ਬਣਾਉਂਦਾ ਸਾਂ, ਅਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ 'ਤੇ ਲੋਕਾਂ ਕੋਲ ਪੈਸੇ ਮੰਗਣੇ ਔਰ ਨਸੋਏ। ਮੈਂ ਸ਼ੁਰੂ ਤੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਆਸ਼ਿਕ ਹਾਂ, ਅਤੇ ਜਿਹੜੀ ਇਸ਼ਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਬਤਾਇਆ ਨਾ, ਉਹ ਇਸ਼ਕ ਦਾ ਲੱਖਵਾਂ ਹਿੱਸਾ ਪਾਕਿਸਤਾਨ 'ਚ ਸੁੰਨੀ ਸਾਰੇ ਆਸ਼ਿਕ ਨੇ। ਅਮਲ ਆਨੇ ਦਾ ਨਹੀਂ, ਲੇਕਿਨ ਆਸ਼ਿਕ ਸਾਰੇ ਨੇ। ਮੈਂ ਇਸ਼ਕ ਮੰਨਨਾ, ਮਗਰ ਉਹ ਇਸ਼ਕ ਜਹਾਲਤ ਦੇ ਰੰਗ ਦੇ ਵਿੱਚ ਚਲਾ ਜਾਂਦਾ। ਅਗਰ ਇਸ਼ਕ ਸਿੱਖਣਾ, ਜਮਾਤ ਅਹਿਮਦੀਆ ਦੇ ਵਿੱਚ ਆ ਜਾਓ। ਮੌਲਵੀ ਦੀ ਗੱਲ, ਇੱਕ ਕਿਸੇ ਵੀ ਅਹਿਮਦੀ ਨੂੰ ਮਿਲੋ, ਉਹ ਤੁਹਾਨੂੰ ਇੱਕ ਚੀਜ਼ ਮੈਂ ਤੁਹਾਨੂੰ ਬਾਰ ਕਹਿ ਰਿਹਾ ਕਿ ਮੈਨੂੰ ਨਹੀਂ ਕਿਹਾ ਗਿਆ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਤੂੰ ਤੋਂ ਆਹ ਪੜ੍ਹਨਾ ਅਤੇ ਵਿੱਚੋਂ ਆਹ ਪੜ੍ਹਨਾ। ਜਿਹੜਾ ਸ਼ਖਸ ਅਹਿਮਦੀ ਮੈਨੂੰ ਇਹ ਲਫ਼ਜ਼ ਕਵੇ, ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਥਾਂ ਮਾਰ ਦਿਆਂ। ਕਿਸੇ ਆਮਦੀ ਹੋਣ ਤੋਂ ਬਾਅਦ ਅੱਜ ਤੱਕ ਕਿਸੇ ਨੇ ਮੈਨੂੰ ਨਹੀਂ ਕਿਹਾ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਤੂੰ ਇਹ ਪੜ੍ਹ, ਅੰਦਰ ਮਿਰਜ਼ਾ ਗੁਲਾਮ ਅਹਿਮਦ। ਤੇ वो पेशवा हमारा, इससे है नूर सारा, नाम उसका है मोहम्मद। अलबर मेरा यही। अस्सलाम वालेकुम। मसीह वक्त के थी जिनकी इंतजार, राह तकते जिनकी करोड़ों